क्वेश्चन नंबर 1, पियाजे ਦੇ ਬੌਧਿਕ ਵਿਕਾਸ ਸਿਧਾਂਤ ਅਨੁਸਾਰ ਕੰਪੋਨੈਂਟ क्रियावां ਜਿਹੜੀਆਂ ਕਿ ਇੱਕ ਅੰਦਰੂਨੀ ਅਰਥ ਦੁਆਰਾ ਮਜ਼ਬੂਤੀ ਨਾਲ ਜੁੜੀਆਂ ਅਤੇ ਨਿਯੰਤਰਿਤ ਹਨ, ਇੱਕ ਜੁੜਵੀ ਅਤੇ ਦੁਹਰਾਉਣਯੋਗ क्रिया ਲੜੀ ਹੈ, ਹੇਠਾਂ ਦਿੱਤਿਆਂ ਵਿੱਚੋਂ ਕਿਸ ਦੇ ਤੌਰ ਤੇ ਜਾਣੀ ਜਾਂਦੀ ਹੈ? ਆਪਸ਼ਨ ਏ ਖਾਕਾ, ਆਪਸ਼ਨ ਬੀ ਕਾਰਵਾਈ, ਆਪਸ਼ਨ ਸੀ ਪੱਧਰ, ਆਪਸ਼ਨ ਡੀ ईगोसेंट्रिज्म। According to Piaget's cognitive development theory, a cohesive, repeatable action sequence possessing component actions that are tightly interconnected and governed by a core meaning is referred as which of the following? Option A schema, option B operation, option C stage, option D ईगोसेंट्रिसिज्म। ਇਹਦਾ ਸਹੀ ਆਨਸਰ ਹੈ ਆਪਸ਼ਨ ਏ ਸਕੀਮਾ ਜਾਂ ਖਾਕਾ। ਇੰਗਲਿਸ਼ ਦੇ ਵਿੱਚ ਇਹਦਾ ਆਨਸਰ ਹੈ ਸਕੀਮਾ ਤੇ ਪੰਜਾਬੀ ਦੇ ਵਿੱਚ ਇਹਦਾ ਆਨਸਰ ਹੈ ਖਾਕਾ। Second question, conventional morality is a stage which comes in which of the following theory? Option A cognitive development theory, option B moral development theory, option C theory of instruction, option D trial and error theory। ਕਨਵੈਨਸ਼ਨਲ ਮੋਰੈਲਿਟੀ ਇੱਕ ਪੱਧਰ ਹੈ ਜਿਹੜਾ ਹੇਠਾਂ ਦਿੱਤਿਆਂ ਵਿੱਚੋਂ ਕਿਹੜੇ ਸਿਧਾਂਤ ਵਿੱਚ ਆਉਂਦਾ ਹੈ? ਆਪਸ਼ਨ ਏ ਬੌਧਿਕ ਵਿਕਾਸ ਦੇ ਸਿਧਾਂਤ ਵਿੱਚ, ਆਪਸ਼ਨ ਬੀ ਨੈਤਿਕ ਵਿਕਾਸ ਦੇ ਸਿਧਾਂਤ ਵਿੱਚ, ਆਪਸ਼ਨ ਸੀ ਨਿਰਦੇਸ਼ ਦੇ ਸਿਧਾਂਤ ਵਿੱਚ, ਆਪਸ਼ਨ ਡੀ ਟ੍ਰਾਇਲ ਐਂਡ ਐਰਰ ਸਿਧਾਂਤ ਵਿੱਚ। ਇਹਦਾ ਸਹੀ ਆਨਸਰ ਹੈ ਆਪਸ਼ਨ ਬੀ ਮੋਰਲ ਡਿਵੈਲਪਮੈਂਟ ਥਿਉਰੀ। ਇੰਗਲਿਸ਼ ਦੇ ਵਿੱਚ ਇਹਦਾ ਆਨਸਰ ਹੈ ਜੀ ਮੋਰਲ ਡਿਵੈਲਪਮੈਂਟ ਥਿਉਰੀ ਤੇ ਪੰਜਾਬੀ ਦੇ ਵਿੱਚ ਇਹਦਾ ਆਨਸਰ ਹੈ ਜੀ ਨੈਤਿਕ ਵਿਕਾਸ ਦੇ ਸਿਧਾਂਤ ਵਿੱਚ। Question number 3, which theory is based on the principle that learner construct new ideas or concepts based upon existing knowledge? Option A social constructivism, option B cognitive constructivism, option C radical constructivism, option D spiral constructivism। ਕਿਹੜਾ ਸਿਧਾਂਤ ਇਸ ਨਿਯਮ ਤੇ ਆਧਾਰਿਤ ਹੈ ਕਿ ਸਿੱਖਿਆਰਥੀ ਮੌਜੂਦਾ ਗਿਆਨ ਦੇ ਆਧਾਰ ਤੇ ਨਵੇਂ ਵਿਚਾਰ ਅਤੇ ਧਾਰਨਾਵਾਂ ਘੜਦਾ ਹੈ? ਆਪਸ਼ਨ ਏ ਸਮਾਜਕ ਰਚਨਾਤਮਕਤਾ, ਆਪਸ਼ਨ ਬੀ ਬੌਧਿਕ ਰਚਨਾਤਮਕਤਾ, ਆਪਸ਼ਨ ਸੀ ਮੌਲਿਕ ਰਚਨਾਤਮਕਤਾ, ਆਪਸ਼ਨ ਡੀ ਚੱਕਰਦਾਰ ਰਚਨਾਤਮਕਤਾ। ਇਹਦਾ ਸਹੀ ਆਨਸਰ ਹੈ ਆਪਸ਼ਨ ਬੀ ਕੋਗਨੀਟਿਵ ਕੰਸਟਰਕਟਿਵਿਜ਼ਮ। ਪੰਜਾਬੀ ਦੇ ਵਿੱਚ ਹੈ ਬੌਧਿਕ ਰਚਨਾਤਮਕਤਾ। ਇਹ ਜੋ ਹੈ ਸਹੀ ਆਨਸਰ ਹੈ। Question number 4, which of the following is the characteristic of self-awareness in the model of emotional intelligence? Option A know how to control impulses, option B know your own emotional strategies and weaknesses, option C able to set small steps to achieve large goals, option D able to get along with others। ਪੰਜਾਬੀ ਦੇ ਵਿੱਚ ਇਹ ਕੁਐਸਚਨ ਹੈ ਜੀ ਭਾਵਨਾਤਮਕ ਬੁੱਧੀ ਤੇ ਮਾਡਲ ਵਿੱਚ ਹੇਠਾਂ ਦਿੱਤਿਆਂ ਵਿੱਚੋਂ ਕਿਹੜੀ ਆਤਮ ਜਾਗਰੂਕਤਾ ਦੀ ਵਿਸ਼ੇਸ਼ਤਾ ਹੈ? ਆਪਸ਼ਨ ਏ ਇਹ ਜਾਣਨਾ ਕਿ ਮਨੋਵੇਗਾਂ ਨੂੰ ਕਿਵੇਂ ਨਿਯੰਤਰਿਤ ਕਰਨਾ ਹੈ, ਆਪਸ਼ਨ ਬੀ ਆਪਣੀਆਂ ਭਾਵਨਾਤਮਕ ਯੋਜਨਾਵਾਂ ਅਤੇ ਕਮਜ਼ੋਰੀਆਂ ਨੂੰ ਜਾਣਨਾ, ਆਪਸ਼ਨ ਸੀ ਵੱਡੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਛੋਟੇ ਕਦਮ ਲੈਣ ਦੇ ਕਾਬਲ ਹੋਣਾ, ਆਪਸ਼ਨ ਡੀ ਹੋਰਨਾਂ ਨਾਲ ਕੰਮ ਕਰਨ ਦੇ ਕਾਬਲ ਹੋਣਾ। ਇਹਦਾ ਸਹੀ ਆਨਸਰ ਹੈ ਜੀ ਆਪਸ਼ਨ ਬੀ know your own emotional strategies and weaknesses। ਆਪਣੀਆਂ ਭਾਵਨਾਤਮਕ ਯੋਜਨਾਵਾਂ ਅਤੇ ਕਮਜ਼ੋਰੀਆਂ ਨੂੰ ਜਾਣਨਾ। ਕੁਐਸਚਨ ਨੰਬਰ 5 ਹੈ
who gave the concept of extroversion and introversion of trait theory of personality? Option A Carl Jung, option B B.F. Skinner, option C Albert Bandura, option D Crow and Crow। ਸ਼ਖਸੀਅਤ ਦੀ ਟ੍ਰੇਟ ਸਿਧਾਂਤ ਦੀਆਂ ਬਾਹਰਮੁਖੀ ਅਤੇ ਅੰਤਰਮੁਖੀ ਦੀਆਂ ਧਾਰਨਾਵਾਂ ਕਿਸਨੇ ਦਿੱਤੀਆਂ? ਇਹਦਾ ਸਹੀ ਆਨਸਰ ਹੈ ਜੀ ਆਪਸ਼ਨ ਏ ਕਾਰਲ ਜੰਗ। ਕਾਰਲ ਜੰਗ ਇਜ਼ ਦਾ ਰਾਈਟ ਆਨਸਰ। Question number 6. Which of the following refers to gender division? Option A the hierarchical unequal roles assigned to boy and girl by society. Option B biological differences between boy and girl. Option C the ratio of male child and female child. Option D the division between male students and female students। ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਲਿੰਗ ਵੰਡ ਵੱਲ ਸੰਕੇਤ ਕਰਦਾ ਹੈ? ਆਪਸ਼ਨ ਏ ਸਮਾਜ ਦੁਆਰਾ ਲੜਕਾ ਅਤੇ ਲੜਕੀ ਨੂੰ ਸੌਂਪੀਆਂ ਗਈਆਂ ਅਸਮਾਨ ਭੂਮਿਕਾਵਾਂ। ਆਪਸ਼ਨ ਬੀ ਲੜਕਾ ਅਤੇ ਲੜਕੀ ਵਿਚਕਾਰ ਜੈਵਿਕ ਅੰਤਰ। ਆਪਸ਼ਨ ਸੀ ਨਰ ਬੱਚੇ ਅਤੇ ਮਾਦਾ ਬੱਚੇ ਦਾ ਅਨੁਪਾਤ। ਆਪਸ਼ਨ ਡੀ ਨਰ ਵਿਦਿਆਰਥੀ ਅਤੇ ਮਾਦਾ ਵਿਦਿਆਰਥੀ ਵਿਚਕਾਰ ਵੰਡ। ਆਪਸ਼ਨ ਡੀ ਇੱਕ ਵਾਰੀ ਫਿਰ ਸੁਣ ਲਓ, ਨਰ ਵਿਦਿਆਰਥੀ ਅਤੇ ਮਾਦਾ ਵਿਦਿਆਰਥੀ ਵਿਚਕਾਰ ਵੰਡ। ਹਾਂਜੀ, ਇਹਦਾ ਸਹੀ ਆਨਸਰ ਹੈ ਜੀ ਆਪਸ਼ਨ ਏ the hierarchical unequal roles assigned to boy and girl by society। ਸਮਾਜ ਦੁਆਰਾ ਲੜਕਾ ਅਤੇ ਲੜਕੀ ਨੂੰ ਸੌਂਪੀਆਂ ਗਈਆਂ ਅਸਮਾਨ ਭੂਮਿਕਾਵਾਂ। Question number 7. Recall type test and recognition type test are the types of option A essay type test, option B short answer type test, option C objective type test, option D very short answer type test। याद करण किस्म ਪ੍ਰਕਿਰਿਆ ਅਤੇ ਸ਼ਨਾਖਤ ਕਰਨਾ ਕਿਸਮ ਪ੍ਰੀਖਿਆ ਕਿਸਮਾਂ ਹਨ। ਆਪਸ਼ਨ ਏ ਲੇਖ ਕਿਸਮ ਪ੍ਰੀਖਿਆ, ਆਪਸ਼ਨ ਬੀ ਛੋਟੇ ਉਤਰਾਂ ਵਾਲੀ ਕਿਸਮ ਪ੍ਰੀਖਿਆ, ਆਪਸ਼ਨ ਸੀ ਵਿਕਲਪੀ ਪ੍ਰੀਖਿਆ, ਆਪਸ਼ਨ ਡੀ ਬਹੁਤ ਛੋਟੇ ਉਤਰਾਂ ਵਾਲੀ ਕਿਸਮ ਦੀ ਪ੍ਰੀਖਿਆ। ਇਹਦਾ ਸਹੀ ਆਨਸਰ ਹੈ ਆਪਸ਼ਨ ਸੀ ऑब्जेक्टिव टाइप टेस्ट विकल्पी परीक्षा। क्वेश्चन नंबर 8. व्हाट इज द फुल फॉर्म ऑफ ICIDH? ऑप्शन ए इंडियन क्लासिफिकेशन ऑफ इम्पेयरमेंट डिसएबिलिटीज एंड हैंडीकैप्स, ऑप्शन बी इंडियन क्लासिफिकेशन फॉर इम्पेयरमेंट डिसएबिलिटीज एंड हैंडीकैप्स, ऑप्शन सी इंटरनेशनल क्लासिफिकेशन फॉर इम्पेयरमेंट डिसएबिलिटीज एंड हैंडीकैप्स, ऑप्शन डी इंटरनेशनल क्लासिफिकेशन ऑफ इम्पेयरमेंट डिसएबिलिटीज एंड हैंडीकैप्स। ICIDH ਦਾ ਪੂਰਨ ਰੂਪ ਕੀ ਹੈ? ਇਹਦਾ ਸਹੀ ਆਨਸਰ ਹੈ ਆਪਸ਼ਨ ਡੀ इंटरनेशनल क्लासिफिकेशन ऑफ इम्पेयरमेंट डिसएबिलिटीज एंड हैंडीकैप्स। ICIDH ਦੀ ਫੁੱਲ ਫਾਰਮ ਹੈ इंटरनेशनल क्लासिफिकेशन ऑफ इम्पेयरमेंट डिसएबिलिटीज एंड हैंडीकैप्स। क्वेश्चन नंबर 9. The concept identity versus role confusion happens in option A early childhood stage, option B adolescent stage, option C childhood, option D middle childhood। ਪਹਿਚਾਣ ਬਨਾਮ ਭੂਮਿਕਾ ਉਲਝਣ ਦੀ ਧਾਰਨਾ ਹੁੰਦੀ ਹੈ। ਆਪਸ਼ਨ ਏ ਆਰੰਭਿਕ ਬਾਲ ਅਵਸਥਾ ਵਿੱਚ, ਆਪਸ਼ਨ ਬੀ ਕਿਸ਼ੋਰ ਅਵਸਥਾ ਵਿੱਚ, ਆਪਸ਼ਨ ਸੀ ਬਾਲ ਅਵਸਥਾ ਵਿੱਚ, ਆਪਸ਼ਨ ਡੀ ਮੱਧ ਬਾਲ ਅਵਸਥਾ ਵਿੱਚ। ਕੁਐਸਚਨ ਨੰਬਰ 9 ਦਾ ਸਹੀ ਆਨਸਰ ਹੈ ਆਪਸ਼ਨ ਬੀ ਐਡੋਲੈਸੈਂਟ ਸਟੇਜ, ਕਿਸ਼ੋਰ ਅਵਸਥਾ ਵਿੱਚ। ਕੁਐਸਚਨ ਨੰਬਰ 10. The right sequence of major stages of cognitive growth as proposed by Jerome Bruner are option A symbolic, iconic, inactive, option B iconic, symbolic, inactive, option C inactive, iconic, symbolic,
ऑप्शन डी ਸਿੰਬੋਲਿਕ ਇਨਐਕਟਿਵ ਆਈਕੋਨਿਕ। ਜੀਰੋਮ ਬਰੂਨਰ ਦੁਆਰਾ ਸੁਝਾਈਆਂ ਗਈਆਂ ਮੁੱਖ ਬੌਧਿਕ ਵਿਕਾਸ ਦੀਆਂ ਅਵਸਥਾਵਾਂ ਦੀ ਸਹੀ ਲੜੀ ਹੈ। ऑप्शन ए संकेतक मूर्तक नाटकी। ऑप्शन बी मूर्तक संकेतक नाटकी। ऑप्शन सी नाटकी मूर्तक संकेतक। ऑप्शन डी संकेतक नाटकी मूर्तक। क्वेश्चन नंबर 10 का सही आंसर है ऑप्शन सी। ऑप्शन सी इनएक्टिव आइकॉनिक सिंबोलिक नाटकी मूर्तक संकेतक, ये जो है सही आंसर है। क्वेश्चन नंबर 11, हु सेड दैट इफ ए चाइल्ड विल नॉट लर्न before he is capable to learn, then why bother? And if a child will learn automatically after he has the capability to learn, then why bother? Option A Jerome Bruner, ऑप्शन बी हॉवर्ड गार्डनर, ऑप्शन सी लेव व्योगोत्स्की, ऑप्शन डी जीन पियाजे। किसने कहा जेकर एक बच्चा जदों ओह सिੱਖਣ ਦੇ ਯੋਗ ਹੈ तो पहला नहीं सीखेगा, फिर क्यों फिक्र करनी, ਅਤੇ जेकर बच्चा ਸਿੱਖਣ ਦੀ ਯੋਗਤਾ ਤੋਂ ਬਾਅਦ ਆਪ ਹੀ ਸਿੱਖੇਗਾ ਤੇ ਫਿਰ ਕਿਉਂ ਫਿਕਰ ਕਰਨੀ। ਇਹਦਾ ਸਹੀ ਆਨਸਰ ਹੈ क्वेश्चन नंबर 11 ਦਾ ਸਹੀ ਆਨਸਰ ਹੈ ऑप्शन ए ਜੀਰੋਮ ਬਰੂਨਰ। ਜੀਰੋਮ ਬਰੂਨਰ ਨੇ ਇਹ ਕਿਹਾ ਸੀ। ऑप्शन ए इज द राइट आंसर, Jerome Bruner। Question number 12, which of the following theories identifies 4 stages of child's intellectual development, that is sensory motor, pre-operational, concrete operational and formal operational? Option A Erickson's theory of psychosocial development, option B Freud theory of psychosexual development, option C Jean Piaget's theory of cognitive development, option D Kohlberg's theory of moral development। ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਸਿਧਾਂਤ ਬੱਚੇ ਦੇ ਬੌਧਿਕ ਵਿਕਾਸ ਦੀਆਂ 4 ਅਵਸਥਾਵਾਂ ਜੋ ਕਿ ਸੰਵੇਦਕ ਮੋਟਰ, ਪੂਰਵ ਕ੍ਰਿਆ ਪ੍ਰਣਾਲੀ, ਠੋਸ ਕ੍ਰਿਆ ਪ੍ਰਣਾਲੀ ਅਤੇ ਰਸਮੀ ਕ੍ਰਿਆ ਪ੍ਰਣਾਲੀ ਦੀ ਪਛਾਣ ਕਰਦਾ ਹੈ? ऑप्शन ए एरिक्सन ਦਾ ਮਨੋ ਸਮਾਜਿਕ ਵਿਕਾਸ ਦਾ ਸਿਧਾਂਤ, ऑप्शन बी फ्रॉयड ਦਾ ਮਨੋਜਿਨਸੀ ਵਿਕਾਸ ਦਾ ਸਿਧਾਂਤ, ऑप्शन सी जीन पियाजे ਦਾ ਬੌਧਿਕ ਵਿਕਾਸ ਦਾ ਸਿਧਾਂਤ, ऑप्शन डी ਕੋਲਬਰਗ ਦਾ ਨੈਤਿਕ ਵਿਕਾਸ ਦਾ ਸਿਧਾਂਤ। ਇਹਦਾ ਸਹੀ ਆਨਸਰ ਹੈ ऑप्शन सी जीन पियाजे's theory of cognitive development, जीन पियाजे ਦਾ ਬੌਧਿਕ ਵਿਕਾਸ ਦਾ ਸਿਧਾਂਤ। Question number 13, you have a mixed class of boys and girls, which method you adopt to improve cooperation between them? Option A asking parents to discuss equality, option B making boys and girls share a bench, option C setting tasks which have to be done together, option D talking about equality in lessons। ਤੁਹਾਡੇ ਕੋਲ ਲੜਕਿਆਂ ਅਤੇ ਲੜਕੀਆਂ ਦੀ ਇੱਕ ਮਿਲੀ ਜੁਲੀ ਕਲਾਸ ਹੈ। ਤੁਸੀਂ ਉਹਨਾਂ ਵਿਚਕਾਰ ਸਹਿਯੋਗ ਵਿੱਚ ਸੁਧਾਰ ਕਰਨ ਲਈ ਕਿਹੜੀ ਵਿਧੀ ਅਪਣਾਓਗੇ? ਆਪਸ਼ਨ ਏ ਮਾਤਾ ਪਿਤਾ ਨੂੰ ਸਮਾਨਤਾ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਕਹੋਗੇ, ਆਪਸ਼ਨ ਬੀ ਮੁੰਡੇ ਅਤੇ ਕੁੜੀਆਂ ਨੂੰ ਇੱਕ ਬੈਂਚ ਸਾਂਝਾ ਕਰਨ ਦਿਓਗੇ, ਆਪਸ਼ਨ ਸੀ ਅਜਿਹੇ ਕੰਮ ਦਿਓਗੇ ਜਿਹੜੇ ਇਕੱਠਿਆਂ ਕੀਤੇ ਜਾਣੇ ਹਨ, ਆਪਸ਼ਨ ਡੀ ਪਾਠ ਵਿੱਚ ਸਮਾਨਤਾ ਬਾਰੇ ਗੱਲ ਕਰੋਗੇ। ਇਹਦਾ ਸਹੀ ਆਨਸਰ ਹੈ ਆਪਸ਼ਨ ਸੀ ਸੈਟਿੰਗ ਟਾਸਕ ਵਿਚ ਹੈਵ ਟੂ ਬੀ ਡਨ ਟੂਗੇਦਰ, ਅਜਿਹੇ ਕੰਮ ਦਿਓਗੇ ਜਿਹੜੇ ਇਕੱਠਿਆਂ ਕੀਤੇ ਜਾਣੇ ਹਨ। Question number 14, which makes an adolescent revolt against authority? Option A he thinks that he is mature enough, option B his want for recognition and independence of thoughts and action, option C he thinks he is intelligent enough,
ऑप्शन डी ही बिलीव्स दैट ही डज नॉट नीड एनी एडवाइस। ਹੇਠ ਵਿੱਚੋਂ ਕਿਹੜਾ ਇੱਕ ਕਿਸ਼ੋਰ ਨੂੰ ਅਧਿਕਾਰੀ ਦੇ ਵਿਰੁੱਧ ਵਿਦਰੋਹ ਕਰਾਉਂਦਾ ਹੈ? ਆਪਸ਼ਨ ਏ ਉਹ ਸੋਚਦਾ ਹੈ ਕਿ ਉਹ ਕਾਫੀ ਸਿਆਣਾ ਹੈ। ਆਪਸ਼ਨ ਬੀ ਉਹ ਵਿਚਾਰਾਂ ਅਤੇ ਕੰਮਾਂ ਦੀ ਮਾਨਤਾ ਅਤੇ ਆਜ਼ਾਦੀ ਚਾਹੁੰਦਾ ਹੈ। ਆਪਸ਼ਨ ਸੀ ਉਹ ਸੋਚਦਾ ਹੈ ਕਿ ਉਹ ਕਾਫੀ ਬੁੱਧੀਮਾਨ ਹੈ। ਆਪਸ਼ਨ ਡੀ ਉਹ ਸਮਝਦਾ ਹੈ ਕਿ ਉਸ ਨੂੰ ਕਿਸੇ ਸਲਾਹ ਦੀ ਜ਼ਰੂਰਤ ਨਹੀਂ ਹੈ। ਇਹਦਾ ਸਹੀ ਜਵਾਬ ਹੈ ਆਪਸ਼ਨ ਬੀ। Option B, his want for recognition and independence of thoughts and action। ਉਹ ਵਿਚਾਰਾਂ ਅਤੇ ਕੰਮਾਂ ਦੀ ਮਾਨਤਾ ਅਤੇ ਆਜ਼ਾਦੀ ਚਾਹੁੰਦਾ ਹੈ। Question number 15, education doesn't bring about social change, rather the social change results into an educational change. Whose view was this? Option A, Auguste Comte। ऑप्शन बी एमिली डर्कहीम। ऑप्शन सी हर्बर्ट स्पेंसर। ऑप्शन डी कार्ल मार्क्स। ਸਿੱਖਿਆ ਸਮਾਜਿਕ ਬਦਲਾਅ ਨਹੀਂ ਲਿਆਉਂਦੀ ਬਲਕਿ ਸਮਾਜਿਕ ਬਦਲਾਅ ਦਾ ਨਤੀਜਾ ਸਿੱਖਿਅਕ ਬਦਲਾਅ ਵਜੋਂ ਨਿਕਲਦਾ ਹੈ। ਇਹ ਕਿਸ ਦਾ ਵਿਚਾਰ ਸੀ? ਇਹਦਾ ਸਹੀ ਆਨਸਰ ਹੈ ਆਪਸ਼ਨ ਬੀ, ਐਮਿਲੀ ਡਰਕਹੀਮ। ਐਮਿਲੀ ਡਰਕਹੀਮ ਇਜ਼ ਦਾ ਰਾਈਟ ਆਨਸਰ। Question number 16, observational learning consists of। Observational learning consists of number 1 attention and retention, number 2 attention and reinforcement, number 3 production processes and motivation, number 4 reinforcement and motivation। ਆਪਸ਼ਨ ਏ ਦੇ ਵਿੱਚ ਸਾਨੂੰ ਦਿੱਤਾ ਗਿਆ ਹੈ ਸੈਕਿੰਡ ਐਂਡ ਫੋਰਥ ਓਨਲੀ। ਆਪਸ਼ਨ ਬੀ ਫਰਸਟ ਐਂਡ ਥਰਡ ਓਨਲੀ। ਆਪਸ਼ਨ ਸੀ ਥਰਡ ਐਂਡ ਫੋਰਥ ਓਨਲੀ। ਆਪਸ਼ਨ ਡੀ ਫਰਸਟ ਐਂਡ ਸੈਕਿੰਡ ਓਨਲੀ। ਇਹਦਾ ਸਹੀ ਆਨਸਰ ਹੈ ਆਪਸ਼ਨ ਬੀ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ, ਫਰਸਟ ਐਂਡ ਥਰਡ ਓਨਲੀ। ਫਰਸਟ ਹੈ ਸਾਡਾ ਅਟੈਂਸ਼ਨ ਐਂਡ ਰੀਟੈਂਸ਼ਨ, ਥਰਡ ਹੈ production processes and motivation। observational learning consists of observational learning consists of attention and retention ਤੇ ਨੰਬਰ ਤੀਜਾ ਹੈ production processes and motivation। ਇਹ ਆਨਸਰ ਹੈ ਕੁਐਸਚਨ ਨੰਬਰ 16 ਦਾ। ਨਿਰੀਖਕ ਇਸੀ ਦਾ ਜੋ ਪੰਜਾਬੀ ਦੇ ਵਿੱਚ ਅਨੁਵਾਦ ਹੈ ਉਹ ਇਹ ਹੈ, ਨਿਰੀਖਕ ਅਧਿਐਨ ਵਿੱਚ ਸ਼ਾਮਲ ਹੈ ਆਪਸ਼ਨ 1 ਨੰਬਰ 1 ਇਕਾਗਰਤਾ ਅਤੇ ਯਾਦ ਸ਼ਕਤੀ, ਨੰਬਰ 2 ਇਕਾਗਰਤਾ ਅਤੇ ਬਲ ਵ੍ਰਿੱਧੀ, ਨੰਬਰ 3 ਉਤਪਾਦਨ ਪ੍ਰਣਾਲੀ ਅਤੇ ਪ੍ਰੇਰਣਾ, ਨੰਬਰ 4 ਬਲ ਵ੍ਰਿੱਧੀ ਅਤੇ ਪ੍ਰੇਰਣਾ। ਤਾਂ ਇਹਦਾ ਸਹੀ ਆਨਸਰ ਹੈ ਜੀ ਆਪਸ਼ਨ ਬੀ, ਜਿਹਦੇ ਵਿੱਚ ਇਕਾਗਰਤਾ ਅਤੇ ਯਾਦ ਸ਼ਕਤੀ ਤੇ ਉਤਪਾਦਨ ਪ੍ਰਣਾਲੀ ਅਤੇ ਪ੍ਰੇਰਣਾ ਇਹ ਜੋ ਹੈ ਆਉਂਦੇ ਨੇ। observational learning consists of ਇਹ ਸਾਡਾ ਕੁਐਸਚਨ ਸੀ ਤੇ ਇਹਦਾ ਆਨਸਰ ਹੈ ਜੀ attention and retention ਤੇ production processes and motivation। question number 17, suppose you get a Punjabi medium student who has learnt Hindi. He is given 5 sentences to be translated from Punjabi to Hindi. As an evaluator, which suspect would you try to evaluate in him? Option A application, option B knowledge, option C synthesis, option D understanding। ਮੰਨ ਲਓ ਤੁਹਾਨੂੰ ਇੱਕ ਪੰਜਾਬੀ ਮਾਧਿਅਮ ਵਾਲਾ ਵਿਦਿਆਰਥੀ ਮਿਲਦਾ ਹੈ ਜਿਸ ਨੇ ਹਿੰਦੀ ਸਿੱਖੀ ਹੈ। ਉਸ ਨੂੰ ਪੰਜ ਵਾਕ ਪੰਜਾਬੀ ਤੋਂ ਹਿੰਦੀ ਅਨੁਵਾਦ ਕਰਨ ਲਈ ਦਿੱਤੇ ਗਏ ਹਨ। ਇੱਕ ਮੁਲਾਂਕਣਕਰਤਾ ਦੇ ਤੌਰ ਤੇ ਤੁਸੀਂ ਉਸ ਵਿੱਚ ਕਿਹੜੇ ਪੱਖ ਦਾ ਮੁਲਾਂਕਣ ਕਰਨ ਦਾ ਯਤਨ ਕਰੋਗੇ? ਆਪਸ਼ਨ ਏ ਵਰਤੋਂ, ਆਪਸ਼ਨ ਬੀ ਗਿਆਨ, ਆਪਸ਼ਨ ਸੀ ਸੰਸਲੇਸ਼ਨ, ਆਪਸ਼ਨ ਡੀ ਸਮਝ। ਇਹਦਾ ਸਹੀ ਆਨਸਰ ਹੈ ਆਪਸ਼ਨ ਡੀ ਅੰਡਰਸਟੈਂਡਿੰਗ, ਆਪਸ਼ਨ ਡੀ ਸਮਝ। ਹਾਂਜੀ, ਕੁਐਸਚਨ ਨੰਬਰ 18, the slogan of learning without burden was given by। option A Adil
शाह कमेटी, ऑप्शन बी ईश्वर भाई पटेल कमेटी, ऑप्शन सी माथुर कमेटी, ऑप्शन डी यशपाल कमेटी। बोझ बिना अध्ययन ਦਾ ਨਾਰਾ ਦਿੱਤਾ ਗਿਆ ਸੀ। ऑप्शन ए अदील शाह कमेटी द्वारा, ऑप्शन बी ईश्वर भाई पटेल कमेटी द्वारा, ऑप्शन सी माथुर कमेटी द्वारा, ऑप्शन डी यशपाल कमेटी द्वारा। इसका सही आंसर है ऑप्शन डी यशपाल कमेटी, यशपाल कमेटी द्वारा। क्वेश्चन नंबर 19, इन समेटिव इवैल्यूएशन विच ऑफ द फॉलोइंग मोड इज यूज्ड? ऑप्शन ए असाइनमेंट, ऑप्शन बी ग्रुप वर्क, ऑप्शन सी क्लासरूम डिस्कशन, ऑप्शन डी एनुअल एग्जामिनेशन। ਸਮੇਟਿਵ ਮੁਲਾਂਕਣ ਵਿੱਚ ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਜਰੀਆ ਪ੍ਰਯੋਗ ਕੀਤਾ ਜਾਂਦਾ ਹੈ? ऑप्शन ए ਸੌਂਪਿਆ ਹੋਇਆ ਕੰਮ, ऑप्शन बी ਸਮੂਹ ਕਾਰਜ, ऑप्शन सी ਜਮਾਤ ਵਿੱਚ ਵਿਚਾਰ ਵਟਾਂਦਰਾ, ऑप्शन डी ਸਾਲਾਨਾ ਇਮਤਿਹਾਨ। क्वेश्चन नंबर 19 ਦਾ ਸਹੀ ਆਨਸਰ ਹੈ ऑप्शन डी एनुअल एग्जामिनेशन, सालाना इम्तिहान। क्वेश्चन नंबर 20, which of the following is the most appropriate form of assessing the affective domain of the students? ऑप्शन ए इंटरव्यू, ऑप्शन बी ऑब्जर्वेशन, ऑप्शन सी क्वेश्चनारे, ऑप्शन डी रिटन टेस्ट। ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਵਿਦਿਆਰਥੀਆਂ ਦੀ ਪ੍ਰਭਾਵਸ਼ਾਲੀ ਖੇਤਰ ਦਾ ਮੁਲਾਂਕਣ ਕਰਨ ਦਾ ਸਭ ਤੋਂ ਵੱਧ ਢੁਕਵਾਂ ਰੂਪ ਹੈ? ऑप्शन ए इंटरव्यू, ऑप्शन बी निरीक्षण, ऑप्शन सी प्रश्नावली, ऑप्शन डी लिखित परीक्षा। इसका सही आंसर है ऑप्शन बी ऑब्जर्वेशन। ऑप्शन बी निरीक्षण या ऑब्जर्वेशन इज द राइट आंसर। ऑब्जर्वेशन या निरीक्षण। क्वेश्चन नंबर 21, Pranav seems to be overloaded with energy. He bounces on his seat and frequently interrupts others. It is difficult for him to focus and listen to his teachers. He is more likely to belong to which of the following categories? Option A, an emotionally disturbed child. Option B, attention deficit hyperactivity disorder, ADHD, ऑप्शन सी अटेंशन स्पेक्ट्रम डिसऑर्डर ASD, ऑप्शन डी डिसप्रैक्सिया। प्रणव ऊर्जा ਨਾਲ ਓਵਰਲੋਡ ਪ੍ਰਤੀਤ ਹੁੰਦਾ ਹੈ। ਉਹ ਆਪਣੀ ਸੀਟ ਉੱਪਰ ਉਛਲਦਾ ਹੈ ਅਤੇ ਲਗਾਤਾਰ ਹੋਰਨਾਂ ਦੇ ਕੰਮ ਵਿੱਚ ਵਿਘਨ ਪਾਉਂਦਾ ਹੈ। ਉਸ ਲਈ ਉਸ ਦੇ ਅਧਿਆਪਕ ਤੇ ਧਿਆਨ ਕੇਂਦਰ ਕਰਨਾ ਅਤੇ ਸੁਣਨਾ ਔਖਾ ਹੈ। ਉਸ ਦੇ ਹੇਠਾਂ ਦਿੱਤਿਆਂ ਵਿੱਚੋਂ ਕਿਹੜੀ ਸ਼੍ਰੇਣੀ ਨਾਲ ਸੰਬੰਧ ਰੱਖਦੇ ਹੋਣ ਦੀ ਸੰਭਾਵਨਾ ਹੈ? ऑप्शन ए ਭਾਵਨਾਤਮਕ ਤੌਰ ਤੇ ਬੇਚੈਨ ਇੱਕ ਬੱਚਾ, ऑप्शन बी अटेंशन डेफिशिट हाइपर एक्टिविटी डिसऑर्डर ADHD, ऑप्शन सी अटेंशन स्पेक्ट्रम डिसऑर्डर ASD, ऑप्शन डी डिसप्रैक्सिया। इसका सही आंसर है ऑप्शन बी। ऑप्शन बी is the right answer. Attention deficit hyperactivity disorder ADHD. Attention deficit hyperactivity disorder is the right answer. Question number 22, ZPD stands for? Option A zone for proximal development, option B zone of proximal development, ऑप्शन सी जोन विद प्रोक्सिमल डेवलपमेंट, ऑप्शन डी जोन फॉर प्रोक्सीमेट डेवलपमेंट। ZPD तो भाव है ऑप्शन ए जोन फॉर प्रोक्सिमल डेवलपमेंट, ऑप्शन बी जोन ऑफ प्रोक्सिमल डेवलपमेंट, ऑप्शन सी जोन विद प्रोक्सिमल डेवलपमेंट, ऑप्शन डी जोन फॉर प्रोक्सिमल डेवलपमेंट। इसका सही आंसर है क्वेश्चन नंबर 22, राइट आंसर इज बी, ऑप्शन बी जोन ऑफ प्रोक्सिमल डेवलपमेंट। जोन ऑफ प्रोक्सिमल डेवलपमेंट stands for ZPD. ZPD stands for zone of proximal development. Question number 23, the thinking process involved in producing an idea or concept that is new, original and useful is termed as? Option A creativity, option B innovation, option C intelligence, option D
ਸਿਨੈਕਟਿਕਸ ਇੱਕ ਵਿਚਾਰ ਜਾਂ ਧਾਰਨਾ ਜੋ ਨਵੀਂ ਮੌਲਿਕ ਅਤੇ ਲਾਭਦਾਇਕ ਹੈ ਦੇ ਉਤਪਾਦਨ ਵਿੱਚ ਸ਼ਾਮਿਲ ਸੋਚ ਪ੍ਰਣਾਲੀ ਨੂੰ ਕਿਹਾ ਜਾਂਦਾ ਹੈ। ਆਪਸ਼ਨ ਏ ਰਚਨਾਤਮਕਤਾ, ਆਪਸ਼ਨ ਬੀ ਕਾਰਡ, ਆਪਸ਼ਨ ਸੀ ਬੁੱਧੀ, ਆਪਸ਼ਨ ਡੀ ਸਿਨੈਕਟਿਕਸ। ਇਹਦਾ ਸਹੀ ਆਨਸਰ ਹੈ ਆਪਸ਼ਨ ਏ। ਆਪਸ਼ਨ ਏ ਇਜ਼ ਦ ਰਾਈਟ ਆਨਸਰ। क्रिएटिविटी रचनात्मकता, creativity रचनात्मकता is the right answer. Question number 24, according to NCF 2005 the role of teacher has been that of A, option A authority, option B dictatorial, option C permissive, option D facilitator। NCF 2005 अनुसार अध्यापक ਦੀ ਭੂਮਿਕਾ ਹੈ। option A ਅਧਿਕਾਰੀ ਦੀ, option B ਤਾਨਸ਼ਾਹ ਦੀ, ਤਾਨਾਸ਼ਾਹ ਦੀ, ਆਪਸ਼ਨ ਸੀ ਉਦਾਰ ਦੀ, ਆਪਸ਼ਨ ਡੀ ਮਦਦਗਾਰ ਦੀ। ਕੁਐਸਚਨ ਨੰਬਰ 24 ਆਨਸਰ ਇਜ਼ ਆਪਸ਼ਨ ਡੀ ਫੈਸਿਲਿਟੇਟਰ ਜਾਂ ਮਦਦਗਾਰ ਦੀ। ਆਪਸ਼ਨ ਡੀ ਫੈਸਿਲਿਟੇਟਰ ਇਜ਼ ਦਾ ਰਾਈਟ ਆਨਸਰ। ਫੈਸਿਲਿਟੇਟਰ ਜਾਂ ਮਦਦਗਾਰ ਦੀ। ਕੁਐਸਚਨ ਨੰਬਰ 25 having a diverse classroom with varied social children from economic and cultural background enriches the learning experiences of all students. This statement is option A incorrect because it can confuse the children and they may feel lost. Option B correct because children learn many skills from their peers. Option C correct because it makes the classroom more hierarchical. Option D incorrect because it leads to unnecessary competition। ਵੱਖ-ਵੱਖ ਸਮਾਜਿਕ, ਆਰਥਿਕ ਅਤੇ ਸੰਸਕ੍ਰਿਤਕ ਪਿਛੋਕੜ ਤੇ ਵੱਖ-ਵੱਖ ਬੱਚਿਆਂ ਵਾਲਾ ਵਿਭਿੰਨਤਾ ਭਰਿਆ ਕਲਾਸਰੂਮ ਸਾਰੇ ਵਿਦਿਆਰਥੀਆਂ ਦੇ ਸਿੱਖਿਆ ਅਨੁਭਵਾਂ ਨੂੰ ਵਧਾਉਂਦਾ ਹੈ। ਇਹ ਕਥਨ ਆਪਸ਼ਨ ਏ ਗਲਤ ਹੈ ਕਿਉਂਕਿ ਇਹ ਬੱਚਿਆਂ ਨੂੰ ਉਲਝਾ ਸਕਦਾ ਹੈ ਅਤੇ ਉਹ ਗੁਆਚਿਆ ਮਹਿਸੂਸ ਕਰ ਸਕਦੇ ਹਨ। ਆਪਸ਼ਨ ਬੀ ਸਹੀ ਹੈ ਕਿਉਂਕਿ ਬੱਚੇ ਆਪ ਦੇ ਸਾਥੀਆਂ ਕੋਲੋਂ ਬਹੁਤ ਸਾਰੀਆਂ ਨਿਪੁੰਨਤਾਵਾਂ ਸਿੱਖ ਸਕਦੇ ਹਨ। ਆਪਸ਼ਨ ਸੀ ਸਹੀ ਹੈ ਕਿਉਂਕਿ ਇਹ ਜਮਾਤ ਨੂੰ ਹੋਰ ਦਰਜਾਬੱਧ ਕਰਦਾ ਹੈ। ਆਪਸ਼ਨ ਡੀ ਗਲਤ ਹੈ ਕਿਉਂਕਿ ਇਹ ਇੱਕ ਬੇਲੋੜੇ ਮੁਕਾਬਲੇ ਦਾ ਕਾਰਨ ਬਣ ਸਕਦਾ ਹੈ। ਕੁਐਸਚਨ ਨੰਬਰ 25 ਦਾ ਰਾਈਟ ਆਨਸਰ ਹੈ ਜੀ ਆਪਸ਼ਨ ਬੀ। option B is the right answer। option B है correct because children learn many skills from their peers। सही है क्योंकि बच्चे आप दे साथियां कोलों बहुत सारियां निपुणतावां सीख सकते हैं। क्वेश्चन नंबर 26 arrange the following components of teaching process in order। नंबर 1 selection of the subjects matter, नंबर 2 evaluation, नंबर 3 feedback, नंबर 4 formulating objectives, नंबर 5 teaching। ਅਧਿਆਪਨ ਪ੍ਰਣਾਲੀ ਦੇ ਹੇਠਾਂ ਦਿੱਤੇ ਅੰਸ਼ਾਂ ਨੂੰ ਤਰਤੀਬ ਵਿੱਚ ਲਿਖੋ। ਨੰਬਰ 1 ਵਿਸ਼ੇ ਵਸਤੂ ਦੀ ਚੋਣ, ਨੰਬਰ 2 ਮੁਲਾਂਕਣ, ਨੰਬਰ 3 ਫੀਡਬੈਕ, ਨੰਬਰ 4 ਉਦੇਸ਼ਾਂ ਦਾ ਨਿਰਮਾਣ, ਨੰਬਰ 5 ਅਧਿਆਪਨ। ਕੁਐਸਚਨ ਨੰਬਰ 26 ਦਾ ਰਾਈਟ ਆਨਸਰ ਹੈ ਉਹ ਹੈ ਆਪਸ਼ਨ ਸੀ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਅਗਰ ਅਸੀਂ ਆਰਡਰ ਦੇ ਵਿੱਚ ਜੋ ਹੈ ਅਰੇਂਜ ਕਰਨਾ ਹੈ ਟੀਚਿੰਗ ਪ੍ਰੋਸੈਸ ਦੇ ਇਹਨਾਂ ਕੰਪੋਨੈਂਟਸ ਨੂੰ, ਸਭ ਤੋਂ ਪਹਿਲਾਂ ਆਊਗਾ ਫਾਰਮੂਲੇਟਿੰਗ ਆਬਜੈਕਟਿਵਸ, ਉਸ ਤੋਂ ਬਾਅਦ ਆਊਗਾ ਸਿਲੈਕਸ਼ਨ ਆਫ ਦਾ ਸਬਜੈਕਟ ਮੈਟਰ, ਤੇ ਉਸ ਤੋਂ ਬਾਅਦ ਆਊਗਾ ਟੀਚਿੰਗ, ਫਿਰ ਇਸ ਤੋਂ ਬਾਅਦ ਇਵੈਲੂਏਸ਼ਨ, ਤੇ ਲਾਸਟ ਦੇ ਵਿੱਚ ਆਊਗਾ ਫੀਡਬੈਕ। ਇੱਕ ਵਾਰੀ ਫਿਰ ਤੋਂ ਸੁਣ ਲਓ। ਅਧਿਆਪਨ ਪ੍ਰਣਾਲੀ ਦੇ ਹੇਠਾਂ ਦਿੱਤੇ ਅੰਸ਼ਾਂ ਨੂੰ ਤਰਤੀਬ ਵਿੱਚ ਲਿਖੋ। ਵਿਸ਼ੇ ਵਸਤੂ ਦੀ ਚੋਣ, ਮੁਲਾਂਕਣ, ਫੀਡਬੈਕ, ਉਦੇਸ਼ਾਂ ਦਾ ਨਿਰਮਾਣ ਤੇ ਅਧਿਆਪਨ। ਇਹਨਾਂ ਨੂੰ ਸਾਨੂੰ ਤਰਤੀਬ ਦੇ ਨਾਲ ਲਿਖਣਾ ਹੈ ਤੇ ਇਹਦਾ ਆਨਸਰ ਹੈ ਜੀ ਆਪਸ਼ਨ ਸੀ। ਆਪਸ਼ਨ ਸੀ ਦੇ ਅਕੋਰਡਿੰਗ ਜੋ ਹੈ ਸਭ ਤੋਂ ਪਹਿਲਾਂ ਆਉਂਦਾ ਹੈ ਜੀ ਉਦੇਸ਼ਾਂ ਦਾ ਨਿਰਮਾਣ, ਉਸ ਤੋਂ ਬਾਅਦ ਆਉਂਦਾ ਹੈ ਜੀ ਵਿਸ਼ੇ ਵਸਤੂ ਦੀ ਚੋਣ, ਤੇ ਫਿਰ ਆਉਂਦਾ ਹੈ ਜੀ ਅਧਿਆਪਨ, ਫਿਰ ਇਸ ਤੋਂ ਬਾਅਦ ਆਉਂਦਾ ਹੈ ਜੀ ਮੁਲਾਂਕਣ, ਤੇ ਲਾਸਟ ਅਖੀਰ ਦੇ ਵਿੱਚ ਆਉਂਦਾ ਹੈ ਜੀ ਫੀਡਬੈਕ। Question number 27 which of the following statement is correct about Jean Piaget's theory of cognitive development? Option A the sequence of the stages can vary according to the cultural context of children.
Option B, Piaget argues that instead of progressing through stages, cognitive development is continuous. Option C, Piaget has proposed five distinct stages of cognitive development. Option D, the stages are invariant, which means no stage can be skipped. ਜੀਨ ਪਿਆਜੇ ਦੇ ਬੌਧਿਕ ਵਿਕਾਸ ਦੇ ਸਿਧਾਂਤ ਬਾਰੇ ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ? ਆਪਸ਼ਨ ਏ, ਬੱਚਿਆਂ ਦੇ ਸੰਸਕ੍ਰਿਤਕ ਸੰਦਰਭ ਅਨੁਸਾਰ ਪੜਾਵਾਂ ਦੀ ਲੜੀ ਵੱਖ ਹੋ ਸਕਦੀ ਹੈ। ਆਪਸ਼ਨ ਬੀ, ਪਿਆਜੇ ਤੱਥ ਰੱਖਦਾ ਹੈ ਕਿ ਪੜਾਵਾਂ ਰਾਹੀਂ ਵਿਕਾਸ ਦੀ ਥਾਂ ਤੇ ਬੌਧਿਕ ਵਿਕਾਸ ਨਿਰੰਤਰ ਹੈ। ਆਪਸ਼ਨ ਸੀ, ਪਿਆਜੇ ਨੇ ਬੌਧਿਕ ਵਿਕਾਸ ਦੇ 5 ਵਿਸ਼ਿਸ਼ਟ ਪੜਾਵਾਂ ਦੀ ਸਿਫਾਰਿਸ਼ ਕੀਤੀ ਹੈ। ਆਪਸ਼ਨ ਡੀ, ਪੜਾਅ ਨਾ ਬਦਲਣ ਯੋਗ ਹਨ, ਜਿਸ ਦਾ ਭਾਵ ਹੈ ਕਿ ਕੋਈ ਵੀ ਪੱਧਰ ਛੱਡਿਆ ਨਹੀਂ ਜਾ ਸਕਦਾ। ਇਹਦਾ ਸਹੀ ਆਨਸਰ ਹੈ ਜੀ ਆਪਸ਼ਨ ਡੀ। 27 ਦਾ ਰਾਈਟ ਆਨਸਰ ਹੈ ਜੀ ਆਪਸ਼ਨ ਡੀ। The stages are invariant, which means no stage can be skipped. ਪੜਾਅ ਨਾ ਬਦਲਣ ਯੋਗ ਹਨ, ਜਿਸ ਦਾ ਭਾਵ ਹੈ ਕਿ ਕੋਈ ਵੀ ਪੱਧਰ ਛੱਡਿਆ ਨਹੀਂ ਜਾ ਸਕਦਾ। Question number 28. According to Lev Vygotsky, option A, children learn language through a language acquisition drive. Option B, interaction with adults and peers does not influence language development. Option C, language development changes the nature of human thought. Option D, culture plays a very small role in language development. ਲੀਵ ਵਿਗੋਤਸਕੀ ਅਨੁਸਾਰ ਆਪਸ਼ਨ ਏ, ਬੱਚੇ ਇੱਕ ਭਾਸ਼ਾ ਪ੍ਰਾਪਤੀ ਡਰਾਈਵ ਰਾਹੀਂ ਸਿੱਖਦੇ ਹਨ। ਆਪਸ਼ਨ ਬੀ, ਬਾਲਗਾਂ ਅਤੇ ਸਾਥੀਆਂ ਨਾਲ ਵਾਰਤਾਲਾਪ ਭਾਸ਼ਾ ਵਿਕਾਸ ਨੂੰ ਪ੍ਰਭਾਵਿਤ ਨਹੀਂ ਕਰਦਾ ਹੈ। ਆਪਸ਼ਨ ਸੀ, ਭਾਸ਼ਾ ਵਿਕਾਸ ਮਾਨਵ ਸੋਚ ਦੀ ਪ੍ਰਕਿਰਤੀ ਨੂੰ ਬਦਲਦਾ ਹੈ। ਆਪਸ਼ਨ ਡੀ, ਸੰਸਕ੍ਰਿਤੀ ਭਾਸ਼ਾ ਵਿਕਾਸ ਵਿੱਚ ਬਹੁਤ ਥੋੜੀ ਭੂਮਿਕਾ ਨਿਭਾਉਂਦੀ ਹੈ। ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਸੀ। Language development changes the nature of human thought. ਭਾਸ਼ਾ ਵਿਕਾਸ ਮਾਨਵ ਸੋਚ ਦੀ ਪ੍ਰਕਿਰਤੀ ਨੂੰ ਬਦਲਦਾ ਹੈ। ਭਾਸ਼ਾ ਵਿਕਾਸ ਮਾਨਵ ਸੋਚ ਦੀ ਪ੍ਰਕਿਰਤੀ ਨੂੰ ਬਦਲਦਾ ਹੈ। Question number 29. According to Right to Education Act 2009, children with special needs should study. Option A, in vocational training centers which would prepare them for life skills. Option B, at home with their parents and caregivers providing necessary support. Option C, in special schools created exclusively for them. Option D, in inclusive education setup with provisions to cater their individual needs. ਸਿੱਖਿਆ ਦਾ ਅਧਿਕਾਰ ਐਕਟ 2009 ਅਨੁਸਾਰ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਨੂੰ ਪੜ੍ਹਨਾ ਚਾਹੀਦਾ ਹੈ। ਆਪਸ਼ਨ ਏ, ਵੋਕੇਸ਼ਨਲ ਸਿਖਲਾਈ ਕੇਂਦਰ ਵਿੱਚ ਜਿਹੜੇ ਉਹਨਾਂ ਨੂੰ ਜੀਵਨ ਨਿਪੁੰਨਤਾਵਾਂ ਲਈ ਤਿਆਰ ਕਰਨਗੇ। ਆਪਸ਼ਨ ਬੀ, ਘਰ ਵਿੱਚ ਜ਼ਰੂਰੀ ਸਹਾਇਤਾ ਦਿੰਦੇ ਹੋਏ ਮਾਤਾ ਪਿਤਾ ਅਤੇ ਧਿਆਨ ਰੱਖਣ ਵਾਲਿਆਂ ਨਾਲ। ਆਪਸ਼ਨ ਸੀ, ਵਿਸ਼ੇਸ਼ ਤੌਰ ਤੇ ਅਜਿਹੇ ਬੱਚਿਆਂ ਵਾਸਤੇ ਬਣਾਏ ਗਏ ਵਿਸ਼ੇਸ਼ ਸਕੂਲਾਂ ਵਿੱਚ। ਆਪਸ਼ਨ ਡੀ, ਉਹਨਾਂ ਦੀਆਂ ਵਿਅਕਤੀਗਤ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਪ੍ਰਬੰਧ ਨਾਲ ਇੱਕ ਸੰਮਿਲਿਤ ਸਿੱਖਿਅਕ ਪ੍ਰਣਾਲੀ ਰਾਹੀਂ। Question number 29 ਦਾ ਰਾਈਟ ਆਨਸਰ ਹੈ ਆਪਸ਼ਨ ਡੀ। In inclusive education setup with provisions to cater their individual needs. ਉਹਨਾਂ ਦੀਆਂ ਵਿਅਕਤੀਗਤ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਪ੍ਰਬੰਧ ਨਾਲ ਇੱਕ ਸੰਮਿਲਿਤ ਸਿੱਖਿਅਕ ਪ੍ਰਣਾਲੀ ਰਾਹੀਂ। Question number 30. An effective teacher in classroom where students come from diverse background would, option A, create groups of students with those from the same economic background put together. Option B, push students from deprived backgrounds to work hard so that they can match up with their peers. Option C, focus on their cultural knowledge to address individual differences among the group. Option D, ignore cultural knowledge and treat all his students in a uniform manner. ਇੱਕ ਪ੍ਰਭਾਵਸ਼ਾਲੀ ਅਧਿਆਪਕ ਉਸ ਜਮਾਤ ਵਿੱਚ ਜਿੱਥੇ ਵਿਦਿਆਰਥੀ ਵੱਖ-ਵੱਖ ਪਿਛੋਕੜ ਤੋਂ ਆਉਂਦੇ ਹਨ ਕਰੇਗਾ। ਆਪਸ਼ਨ ਏ, ਸਮਾਨ ਆਰਥਿਕ ਪਿਛੋਕੜ ਵਾਲੇ ਵਿਦਿਆਰਥੀਆਂ ਨੂੰ ਇਕੱਠਾ ਕਰਕੇ ਸਮੂਹ ਬਣਾਏਗਾ। ਆਪਸ਼ਨ ਬੀ, ਵੰਚਿਤ ਪਿਛੋਕੜ ਤੋਂ ਵਿਦਿਆਰਥੀਆਂ ਨੂੰ
ਮਿਹਨਤ ਕਰਨ ਲਈ ਜ਼ੋਰ ਲਗਾਏਗਾ ਤਾਂ ਜੋ ਉਹ ਆਪਣੇ ਸਾਥੀਆਂ ਨਾਲ ਮੇਲ ਕਰ ਸਕਣ। ਆਪਸ਼ਨ ਸੀ ਸਮੂਹ ਵਿੱਚ ਵਿਅਕਤੀਗਤ ਭਿੰਨਤਾਵਾਂ ਨਾਲ ਮੁਖਾਤਬ ਹੋਣ ਲਈ ਉਹਨਾਂ ਦੇ ਸੰਸਕ੍ਰਿਤਕ ਗਿਆਨ ਤੇ ਕੇਂਦਰ ਕਰੇਗਾ। ਆਪਸ਼ਨ ਡੀ ਸੰਸਕ੍ਰਿਤਕ ਗਿਆਨ ਨੂੰ ਅਣਦੇਖਿਆ ਕਰੇਗਾ ਅਤੇ ਸਾਰੇ ਵਿਦਿਆਰਥੀਆਂ ਨਾਲ ਇਕਸਾਰ ਵਿਵਹਾਰ ਕਰੇਗਾ। ਇਹਦਾ ਸਹੀ ਆਨਸਰ ਹੈ ਆਪਸ਼ਨ ਸੀ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। Focus on their cultural knowledge to address individual differences among the group। ਸਮੂਹ ਵਿੱਚ ਵਿਅਕਤੀਗਤ ਭਿੰਨਤਾਵਾਂ ਨਾਲ ਮੁਖਾਤਬ ਹੋਣ ਲਈ ਉਹਨਾਂ ਦੇ ਸੰਸਕ੍ਰਿਤਕ ਗਿਆਨ ਤੇ ਕੇਂਦਰ ਕਰੇਗਾ।